हाँ जी डीएसपी साहब कल एक फोटो वायरल हुई जिहड़ी कि तुहाडे दफ्तर दे विच मैडम एमएलए जिहड़े अनमोल गगन मान ने वो कुर्सी के उपर बैठे हुए सीगे ਤਾਂ ਉਹ ਮੈਡਮ ਜਦੋਂ ਆਏ ਤੁਸੀਂ ਉਦੋਂ ਹੈ ਨਹੀਂ ਸੀ ਜਾਂ ਤੁਸੀਂ ਨਾਲ ਦੀ ਨਾਲ ਇਹ ਵੀ ਦੱਸ ਦਿਓ ਕਿ ਉਹਨਾਂ ਦਾ ਤੁਹਾਡੀ ਕੁਰਸੀ ਤੇ ਆ ਕੇ ਇਸ ਤਰੀਕੇ ਦੇ ਨਾਲ ਬੈਠਣਾ ਕਿੰਨਾ ਕੁ ਜਾਇਜ਼ ਹੈ। ਬਈ ਕਿਸੇ ਨੇ ਇਹ ਨਹੀਂ ਪੁੱਛਿਆ ਹੈ ਕਿ ਮੈਡਮ ਕਿਉਂ ਆਏ ਸੀਗੇ ਜੀ ਵਾਟ ਆਈ ਸਪੋਜ਼ ਦੈਟ ਇਜ਼ ਮੋਰ ਇੰਪੋਰਟੈਂਟ। ਕੋਈ ਦੇਖੋ ਐਮਐਲਏ ਕਿਸੇ ਡੀਐਸਪੀ ਦੇ ਦਫ਼ਤਰ ਕਦੇ ਨਹੀਂ ਨਾਰਮਲੀ ਜਾਂਦਾ ਹੈਗਾ। ਮੈਂ ਕਿਹਾ ਕਿਸੇ ਪੱਤਰਕਾਰ ਨੇ ਇੰਨੀ ਨਹੀਂ ਖੇਚਲ ਕੀਤੀ ਪੁੱਛਣ ਦੀ ਕਿ ਆਏ ਕਿਉਂ ਸੀਗੇ। ਤੁਸੀਂ ਬੈਲਟ ਫੋਰਸ ਦੇ ਨੁਮਾਇੰਦੇ ਹੋ ਔਰ ਤੁਹਾਡੀ ਉਹ ਕੁਰਸੀ ਹੈਗੀ ਹੈ, ਤੁਹਾਡੀ ਕੁਰਸੀ ਤੇ ਬੈਠ ਕੇ ਐਮਐਲਏ ਸਾਹਿਬਾ ਕਿਵੇਂ ਕੋਈ ਫੈਸਲਾ ਕਰ ਸਕਦਾ। ਡੀਐਸਪੀ ਅਮਰਪ੍ਰੀਤ ਸਿੰਘ ਦੇ ਨਾਲ ਪੂਰੀ ਗੱਲਬਾਤ ਦਾ ਜਿਹੜਾ ਇਹ ਆਡੀਓ ਆ ਉਹ ਤੁਹਾਨੂੰ ਸੁਣਾਉਂਦੇ ਆ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਕਿ ਕੱਲ ਇੱਕ ਫੋਟੋ ਵਾਇਰਲ ਹੋਈ ਸੀ ਡੀਐਸਪੀ ਮਾਫ ਕਰਨਾ ਐਮਐਲਏ ਅਨਮੋਲ ਗਗਨ ਮਾਨ ਦੀ, ਜਿਹੜੇ ਕਿ ਡੀਐਸਪੀ ਖਰੜ 2 ਅਮਰਪ੍ਰੀਤ ਸਿੰਘ ਦੀ ਕੁਰਸੀ ਤੇ ਬੈਠੇ ਹੋਏ ਦਿਖਾਈ ਦੇ ਰਹੇ ਸੀ। ਉਸ ਕੁਰਸੀ ਤੋਂ ਬਾਅਦ ਬਹੁਤ ਸਾਰੇ ਸਵਾਲ ਉੱਠੇ। ਅਸੀਂ ਡੀਐਸਪੀ ਸਾਹਿਬ ਦੇ ਨਾਲ ਗੱਲਬਾਤ ਕੀਤੀ ਹੈ। ਪਹਿਲਾਂ ਡੀਐਸਪੀ ਅਮਰਪ੍ਰੀਤ ਸਿੰਘ ਦੇ ਨਾਲ ਪੂਰੀ ਇਹ ਗੱਲਬਾਤ ਸੁਣੋ, ਫਿਰ ਅੱਗੇ ਵਾਲੇ ਪਾਸੇ ਵਧਦੇ ਹਾਂ, ਪੂਰਾ ਤੁਹਾਨੂੰ ਮਾਮਲਾ ਸਮਝਾਵਾਂਗੇ। ਪਹਿਲਾਂ ਇਹ ਆਡੀਓ ਸੁਣੋ ਪੂਰੀ। हाँ जी डीएसपी साहब कल एक फोटो वायरल हुई जिहड़ी कि तुहाडे दफ्तर दे विच मैडम एमएलए जिहड़े अनमोल गगन मान ने वो कुर्सी के उपर बैठे हुए सीगे ਤਾਂ ਉਹ ਮੈਡਮ ਜਦੋਂ ਆਏ ਤੁਸੀਂ ਉਦੋਂ ਹੈ ਨਹੀਂ ਸੀ ਜਾਂ ਤੁਸੀਂ ਨਾਲ ਦੀ ਨਾਲ ਇਹ ਵੀ ਦੱਸ ਦਿਓ ਕਿ ਉਹਨਾਂ ਦਾ ਤੁਹਾਡੀ ਕੁਰਸੀ ਤੇ ਆ ਕੇ ਇਸ ਤਰੀਕੇ ਦੇ ਨਾਲ ਬੈਠਣਾ ਕਿੰਨਾ ਕੁ ਜਾਇਜ਼ ਹੈ ਜਾਂ ਬੈਠ ਸਕਦੇ ਜਾਂ ਨਹੀਂ ਬੈਠ ਸਕਦੇ। ਮੈਂ ਤੁਹਾਨੂੰ ਅੱਗੇ ਵੀ ਇਹੀ ਗੱਲ ਕਹੀ ਜਦੋਂ ਤੁਸੀਂ ਪਹਿਲਾਂ ਕਾਲ ਕੀਤੀ ਮੈਨੂੰ ਜੀ ਬਈ ਕਿਸੇ ਨੇ ਇਹ ਨਹੀਂ ਪੁੱਛਿਆ ਹੈ ਕਿ ਮੈਡਮ ਕਿਉਂ ਆਏ ਸੀਗੇ। ਜੀ ਵਾਟ ਆਈ ਸਪੋਜ਼ ਦੈਟ ਇਜ਼ ਮੋਰ ਇੰਪੋਰਟੈਂਟ। ਵੀ ਕੋਈ ਦੇਖੋ ਐਮਐਲਏ ਕਿਸੇ ਡੀਐਸਪੀ ਦੇ ਦਫ਼ਤਰ ਕਦੇ ਨਹੀਂ ਨਾਰਮਲੀ ਜਾਂਦਾ ਹੈਗਾ। ਮੈਂ ਕਿਹਾ ਕਿਸੇ ਪੱਤਰਕਾਰ ਨੇ ਇੰਨੀ ਨਹੀਂ ਖੇਚਲ ਕੀਤੀ ਪੁੱਛਣ ਦੀ ਕਿ ਆਏ ਕਿਉਂ ਸੀਗੇ। ਜੀ ਉਹਦੇ ਵਿੱਚ ਮੈਂ ਦੱਸਣਾ ਪਹਿਲਾਂ ਜ਼ਰੂਰੀ ਸਮਝਦਾ ਹਾਂ ਬਈ ਡੇ ਬਿਫੋਰ ਯੈਸਟਰਡੇ ਉਹ ਜਦੋਂ ਆਏ ਨੇ ਉਸ ਤੋਂ ਪਹਿਲਾਂ ਇੱਕ ਧਰਨਾ ਸੀਗਾ ਇੱਥੇ ਮੁੱਲਾਪੁਰ ਦੇ ਵਿੱਚ ਕਿ ਕਾਫੀ ਪਿੰਡਾਂ ਦੇ ਲੋਕੀ ਇਕੱਠੇ ਹੋਏ ਸੀਗੇ ਤੇ ਜਿਨ੍ਹਾਂ ਨੇ ਜਾਮ ਲਾਉਣ ਦੀ ਵੀ ਕੋਸ਼ਿਸ਼ ਕੀਤੀ ਸੀਗੀ ਤੇ ਉਹਨਾਂ ਦਾ ਜਿਹੜਾ ਮੇਨ ਗਰਜ ਸੀਗਾ ਉਹ ਇਹ ਸੀਗਾ ਜਿਹੜੀਆਂ ਜ਼ਮੀਨਾਂ ਐਕਵਾਇਰ ਹੋ ਰਹੀਆਂ, ਤੁਹਾਨੂੰ ਪਤਾ ਹੀ ਹੋਣਾ ਦੇਸ਼ ਹਾਮਲਾਤ ਜਾਂ ਜਿਹੜੀਆਂ ਦੂਜੀਆਂ ਹੋ ਗਈਆਂ। ਜੀ 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 ਉਹਦੇ ਵਿੱਚ ਉਹਨਾਂ ਨੇ ਧਰਨਾ ਲਾਇਆ ਸੀਗਾ। ਬੇਸਿਕਲੀ ਜਿਹੜੇ ਮੈਡਮ ਕੱਲ ਆਏ ਸੀਗੇ ਪਰਸੋਂ ਉਹਨਾਂ ਨੂੰ ਡੈਲੀਗੇਸ਼ਨ ਨੂੰ ਮਿਲਣ ਆਏ ਸੀਗੇ। ਜੀ ਠੀਕ ਹੈ ਨਾ। ਤਾਂ ਉਹ ਜਿਹੜਾ ਡੈਲੀਗੇਸ਼ਨ ਨੂੰ ਮਿਲਣ ਆਏ ਸੀਗੇ ਉੱਥੇ ਕੋਈ ਨਾ ਥਾਂ ਹੋਣ ਕਰਕੇ ਫਿਰ ਉਹਨਾਂ ਨੇ ਮੇਰਾ ਦਫ਼ਤਰ ਨੇੜੇ ਹੋਣ ਕਰਕੇ ਉੱਥੇ ਦਾ ਰੱਖ ਲਿਆ ਸੀਗਾ। ਜਿਨੀ ਤੁਹਾਡੇ ਆਫਿਸ ਦੇ ਵਿੱਚ ਉਹਨਾਂ ਨੇ ਡੈਲੀਗੇਸ਼ਨ ਨੂੰ ਮਿਲਣਾ ਠੀਕ ਸਮਝਿਆ ਨਹੀਂ। ਉਹ 8-10 ਪਿੰਡਾਂ ਦੇ ਮੌਤਬਰ ਬੰਦੇ ਬੁਲਾਏ ਹੋਏ ਸੀਗੇ। ਹਾਂਜੀ ਜਿਹੜੇ ਕਿ 20-25 ਬੰਦੇ ਸੀਗੇ ਤੇ ਜਗ੍ਹਾ ਨਾ ਹੋਣ ਕਰਕੇ ਉਹਨਾਂ ਨੇ ਉੱਥੇ ਰੱਖ ਲੈਣੇ। ਨਾਰਮਲੀ ਦੇਖੋ ਕੋਈ ਐਮਐਲਏ ਕਿਸੇ ਡੀਐਸਪੀ ਦਫ਼ਤਰ ਕੋਈ ਨਹੀਂ ਜਾਂਦਾ। ਡੀਐਸਪੀ ਸਾਹਿਬ ਗੱਲ ਇਹ ਹੈ ਕਿ ਤੁਸੀਂ ਬੈਲਟ ਫੋਰਸ ਦੇ ਨੁਮਾਇੰਦੇ ਹੋ ਔਰ ਤੁਹਾਡੀ ਉਹ ਕੁਰਸੀ ਹੈਗੀ ਹੈ, ਤੁਹਾਡੀ ਕੁਰਸੀ ਤੇ ਬੈਠ ਕੇ ਐਮਐਲਏ ਸਾਹਿਬਾ ਕਿਵੇਂ ਕੋਈ ਫੈਸਲਾ ਕਰ ਸਕਦੇ। ਮੈਂ ਇਹ ਕਹਿ ਰਿਹਾ ਫੈਸਲੇ ਲੈਣ ਦੀ ਗੱਲ ਨਹੀਂ ਹੈ, ਮੈਂ ਤਾਂ ਮਿਲਣ ਦੀ ਗੱਲ ਕਰ ਰਿਹਾ। ਮਿਲਣ ਵਾਸਤੇ ਮੈਂ ਉਹੀ ਗੱਲ ਕਰ ਰਿਹਾ ਨਾ। ਹੁਣ ਕੱਲ ਨੂੰ ਕੋਈ ਹੋਰ ਕੋਈ ਨੁਮਾਇੰਦਾ ਜਾਂ ਹੋਰ ਕੋਈ ਆਮ ਆਦਮੀ ਆ ਕੇ ਕੋਈ ਉੱਥੇ ਮਿਲਣ ਦੀ ਕੋਸ਼ਿਸ਼ ਕਰੂਗਾ ਕਿ ਉਹ ਵੀ ਤੁਹਾਡੀ ਕੁਰਸੀ ਤੇ ਹੀ ਇਦਾਂ ਬੈਠ ਕੇ ਕਰੇਗਾ ਜੀ। ਪਹਿਲਾਂ ਤਾਂ ਉਹੀ ਦੱਸ ਰਿਹਾ ਨਾ ਜੀ ਮੈਂ ਕਿਉਂ ਆਏ ਸੀਗੇ। ਨਹੀਂ ਕਿਉਂ ਆਏ ਠੀਕ ਹੈ ਡੀਐਸਪੀ ਸਾਹਿਬ, ਮੈਂ ਤੁਹਾਡੀ ਗੱਲ ਬਿਲਕੁਲ ਸਮਝ ਗਿਆ ਜੀ ਵੀ ਕਿਉਂ ਆਏ ਸੀ। ਉਹ ਆਏ ਸੀ ਠੀਕ ਹੈ, ਪਰ ਕੀ ਤੁਹਾਡੀ ਕੁਰਸੀ ਤੇ ਬੈਠਣਾ ਜਾਇਜ਼ ਆ ਕਿ ਮੈਂ ਤਾਂ ਇਹ ਗੱਲ ਕਰ ਰਿਹਾ ਜੀ। ਨਹੀਂ ਮੈਂ ਤੁਹਾਨੂੰ ਇਹੀ ਦੱਸ ਰਿਹਾ ਪਹਿਲਾਂ ਤਾਂ ਨਾ ਜਗ੍ਹਾ ਹੋਣ ਕਰਕੇ ਉੱਥੇ ਉਹਨਾਂ ਨੇ ਰੱਖ ਲਿਆ ਇਮੀਡੀਏਟਲੀ। ਠੀਕ ਹੈ ਜੀ। ਹੈਲੋ ਜੀ 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 ਸਰ ਮੈਂ ਰਿਪੀਟ ਕਰ ਰਿਹਾ ਕਾਈਂਡਲੀ। ਮੈਂ ਉਸ ਚੀਜ਼ ਦਾ ਮੈਂ ਤਾਂ ਜਵਾਬ ਚਾਹੁੰਦਾ ਜੀ ਕਿ ਕੁਰਸੀ ਤੇ ਬੈਠਣਾ ਇਸ ਤਰੀਕੇ ਨਾਲ ਸਹੀ ਹੈ ਜਾਂ ਗਲਤ ਹੈ। ਨਹੀਂ ਮੈਂ ਉਹੀ ਹੈਲੋ ਜੀ ਤੁਹਾਡੀ ਆਵਾਜ਼ ਕੱਟ ਗਈ ਸੀ ਸਰ। ਇੱਕ ਮਿੰਟ ਦੁਬਾਰਾ। ਹੈਲੋ ਆ ਰਹੀ ਬਾਈ ਜੀ ਆਵਾਜ਼? ਜੀ 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 ਆਵਾਜ਼ ਆ ਰਹੀ ਹੈ। ਮੈਂ ਡੀਐਸਪੀ ਸਾਹਿਬ ਇਹੀ ਪੁੱਛ ਰਿਹਾ ਕਿ ਤੁਹਾਡੀ ਕੁਰਸੀ ਤੇ ਬੈਠਣਾ। ਹੈਲੋ ਆਵਾਜ਼ ਆ ਰਹੀ ਜੀ। ਹੈਲੋ ਹਾਂਜੀ ਮੈਨੂੰ ਆ ਰਹੀ ਹੈ ਜੀ, ਮੈਨੂੰ ਆ ਰਹੀ ਹੈ ਡੀਐਸਪੀ ਸਾਹਿਬ, ਮੈਨੂੰ ਤੁਹਾਡੀ ਆਵਾਜ਼ ਆ ਰਹੀ ਹੈ। ਮੈਂ ਇਹੀ ਪੁੱਛਣਾ ਮੈਂ ਇਹੀ ਤੁਹਾਨੂੰ ਬੇਨਤੀ ਕਰ ਰਿਹਾ ਜੀ ਕਿ ਬਾਰ-ਬਾਰ ਇਹੀ ਪੁੱਛ ਰਿਹਾ ਕਿ ਤੁਹਾਡੀ ਕੁਰਸੀ ਤੇ ਇਸ ਤਰੀਕੇ ਦੇ ਨਾਲ ਬੈਠ ਸਕਦੇ ਆ ਐਮਐਲਏ ਆ ਕੇ ਇਦਾਂ। ਹੈਲੋ ਤਾਂ ਦੇਖਿਆ ਤੁਸੀਂ ਡੀਐਸਪੀ ਸਾਹਿਬ ਜਵਾਬ ਦੇਣ ਦੀ ਬਜਾਏ ਕਿਸ ਤਰੀਕੇ ਦੇ ਨਾਲ ਫੋਨ ਕੱਟਦੇ ਦਿਖਾਈ ਦਿੱਤੇ। ਔਰ ਇਸ ਤੋਂ ਬਾਅਦ ਸਾਡੇ ਵੱਲੋਂ ਦੁਬਾਰਾ ਵੀ ਵਾਰ-ਵਾਰ ਡੀਐਸਪੀ ਸਾਹਿਬ ਦੇ ਨਾਲ ਫੋਨ ਤੇ ਗੱਲਬਾਤ ਕਰਨੀ ਚਾਹੀ, ਪਰ ਡੀਐਸਪੀ ਸਾਹਿਬ ਅੱਗੋਂ ਜਿਹੜੇ ਆ ਫੋਨ ਕੱਟਦੇ ਦਿਖਾਈ ਦਿੱਤੇ, ਫੋਨ ਕੱਟਦੇ ਰਹੇ ਲਗਾਤਾਰ। ਔਰ ਅਸੀਂ ਉਹਨਾਂ ਨੂੰ ਇਹ ਵੀ ਗੱਲ ਕਹਿੰਦੇ ਰਹੇ ਕਿ ਅਸੀਂ ਤੁਹਾਡਾ ਪੂਰਾ ਪੱਖ ਜਾਣਨਾ ਚਾਹੁੰਦੇ ਹਾਂ, ਪਰ ਉਹਨਾਂ ਨੇ ਉਸ ਤੋਂ ਬਾਅਦ
ਫੋਨ ਚੱਕਣਾ ਜਿਹੜਾ ਉਹ ਜ਼ਰੂਰੀ ਨਹੀਂ ਸਮਝਿਆ। ਇਸ ਤੋਂ ਸਾਫ਼ ਹੈ ਕਿ ਸਵਾਲਾਂ ਤੋਂ ਭੱਜਦੇ ਜਿਹੜੇ ਡੀਐਸਪੀ ਦਿਖਾਈ ਦਿੱਤੇ ਨੇ। ਪਰ ਹੁਣ ਤੁਹਾਨੂੰ ਇਹ ਪੂਰਾ ਮਾਮਲਾ ਤੇ ਇਹ ਕਿੰਨਾ ਕੁ ਜਾਇਜ਼ ਹੈ ਜਾਂ ਨਹੀਂ ਜਾਇਜ਼, ਇਸ ਤੇ ਅਸੀਂ ਗੱਲਬਾਤ ਕਰਾਂਗੇ। ਮੇਰੇ ਨਾਲ ਰਿਟਾਇਰਡ ਡੀਐਸਪੀ ਕੁਲਵੰਤ ਸਿੰਘ ਰੰਧਾਵਾ ਸਾਹਿਬ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਫਿਰ ਅੱਗੇ ਗੱਲਬਾਤ ਕਰਦੇ ਹਾਂ। ਰੰਧਾਵਾ ਸਾਹਿਬ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ ਅਸੀਂ ਇਹ ਜਾਣਨਾ ਚਾਹੁੰਦੇ ਹਾਂ, ਤੁਸੀਂ ਪੂਰੀ ਆਡੀਓ ਵੀ ਸੁਣੀ, ਤੁਸੀਂ ਪੂਰਾ ਮਾਮਲਾ ਵੀ ਸਮਝ ਲਿਆ, ਤੁਸੀਂ ਬੜਾ ਲੰਬਾ ਸਮਾਂ ਜਿਹੜੀ ਪੰਜਾਬ ਪੁਲਿਸ ਦੀ ਨੌਕਰੀ ਕੀਤੀ ਹੈ, ਤੁਸੀਂ ਵੀ ਇਸੇ ਰੈਂਕ ਤੋਂ ਹੀ ਰਿਟਾਇਰਡ ਹੋਏ ਹੋ, ਤੁਹਾਡੀ ਫੈਮਿਲੀ ਬੈਕਗ੍ਰਾਉਂਡ ਵੀ ਜਿਹੜਾ ਅਫਸਰਾਂ ਵਾਲਾ ਹੀ ਰਿਹਾ ਹੈ। ਤਾਂ ਮੈਂ ਤੁਹਾਡੇ ਤੋਂ ਬੜੇ ਚੰਗੇ ਤਰੀਕੇ ਦੇ ਨਾਲ ਜਾਣਨਾ ਚਾਹੂੰਗਾ, ਸਾਡੇ ਦਰਸ਼ਕ ਵੀ ਜਾਣਨਾ ਚਾਹਣਗੇ ਕਿ ਇਸ ਤਰੀਕੇ ਦੇ ਨਾਲ ਕੋਈ ਐਮਐਲਏ ਡੀਐਸਪੀ ਦੀ ਕੁਰਸੀ ਤੇ ਉੱਪਰ ਆ ਕੇ ਬੈਠ ਸਕਦਾ ਹੈ ਜਾਂ ਨਹੀਂ ਜੀ? ਬਿਲਕੁਲ, ਇਹ ਜਿਹੜੀ ਗੱਲ ਹੈ ਗਲਤ ਆ। ਐਮਐਲਏ ਬੇਸ਼ੱਕ ਕਿਸੇ ਪਾਰਟੀ ਦਾ ਹੋਵੇ, ਉਹ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਨਾਲ ਜੁੜਿਆ ਹੋਇਆ। ਪੋਲੀਟੀਕਲ ਆਦਮੀ ਦੋ ਪਾਰਟੀਆਂ ਦਾ ਸਮਝੌਤਾ ਕਰਵਾ ਹੀ ਨਹੀਂ ਸਕਦਾ, ਕਿਉਂਕਿ ਉਹਦਾ ਉਹਨਾਂ ਲੋਕਾਂ ਵੱਲ ਝੁਕਾਅ ਹੋਊਗਾ ਜਿਹੜੇ ਉਹਨਾਂ ਦੀ ਪਾਰਟੀ ਨਾਲ ਸੰਬੰਧਿਤ ਲੋਕ ਨੇ ਜੀ। ਉਹਨਾਂ ਕੋਲੋਂ ਤੁਸੀਂ ਇਨਸਾਫ ਦੀ ਤਵੱਕੋ ਨਹੀਂ ਕਰ ਸਕਦੇ। ਇਹ ਤਵੱਕੋ ਡੀਐਸਪੀ ਕੋਲੋਂ ਕਰ ਸਕਦੇ ਸੀ ਕਿ ਕਿਉਂਕਿ ਉਹ ਸਰਕਾਰੀ ਮੁਲਾਜ਼ਮ ਸੀ ਔਰ ਉਹਦੇ ਲਈ ਦੋਨੋਂ ਧਿਰਾਂ ਜਿਹੜੀਆਂ ਉਹ ਬਰਾਬਰ ਸੀ। ਬਿਲਕੁਲ, ਇਹ ਜਿਹੜਾ ਵੀ ਕੰਮ ਹੋਇਆ ਬਿਲਕੁਲ ਗਲਤ ਹੋਇਆ। ਮੈਂ ਤੁਹਾਨੂੰ ਇਹਦੀ ਐਗਜ਼ਾਮਪਲ ਦਿੰਦਾ ਵੀ 1986 ਦੇ ਵਿੱਚ ਸਰਦਾਰ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਸੀ ਤੇ ਸਰਦਾਰ ਉਪਕਾਰ ਸਿੰਘ ਰੰਧਾਵਾ ਜਿਹੜੇ ਉਹ ਮੰਤਰੀ ਸੀ ਜੀ। ਦਸੂਹੇ ਦੇ ਲਾਗੇ ਉਹਨਾਂ ਦਾ ਪਿੰਡ ਸੀ ਤੇ ਸਰਦਾਰ ਸੁਰਿੰਦਰਪਾਲ ਸਿੰਘ ਐਸਐਚਓ ਲੱਗੇ ਸੀ ਟਾਂਡੇ। ਮੰਤਰੀ ਸਾਹਿਬ ਆਏ ਤੇ ਉਹਨਾਂ ਦੀ ਕੁਰਸੀ ਤੇ ਬੈਠ ਗਏ। ਉਦੋਂ ਆ ਮੋਬਾਈਲ ਨਹੀਂ ਸੀ ਹੁੰਦਾ, ਮੁਨਸ਼ੀ ਨੇ ਮੈਸੇਜ ਕਰ ਦਿੱਤਾ ਵਾਇਰਲੈਸ ਤੇ ਵੀ ਏਦਾਂ ਜੀ ਮੰਤਰੀ ਸਾਹਿਬ ਆਏ ਤੇ ਤੁਹਾਡੇ ਵਾਲੀ ਕੁਰਸੀ ਤੇ ਬੈਠ ਗਏ। ਉਹ ਸੁਰਿੰਦਰਪਾਲ ਸਿੰਘ ਉਸ ਟਾਈਮ ਐਸਐਚਓ ਲੱਗੇ ਸੀ ਟਾਂਡੇ। ਅੱਛਾ ਜੀ। ਉਹ ਮੁਨਸ਼ੀ ਨੇ ਜਦੋਂ ਮੈਸੇਜ ਕੀਤਾ ਤਾਂ ਕਹਿੰਦੇ ਕੋਈ ਨਹੀਂ ਮੈਂ ਆਉਣਾ। ਉਹ ਆ ਗਏ, ਉਹਨਾਂ ਆਣ ਕੇ ਜਦੋਂ ਦਰਵਾਜ਼ਾ ਖੋਲਿਆ ਤੇ ਮੰਤਰੀ ਸਾਹਿਬ ਐਸਐਚਓ ਦੀ ਕੁਰਸੀ ਤੇ ਬੈਠੇ ਸੀ। ਅੱਛਾ। ਤੇ ਐਸਐਚਓ ਸਾਹਿਬ ਨੂੰ ਪਤਾ ਵੀ ਸੀ ਬਾਹਰ ਹਾਲਾਂ ਝੰਡੀ ਵਾਲੀ ਕਾਰ ਖੜੀ ਸੀ। ਉਹ ਉਹਨਾਂ ਨੂੰ ਅੰਦਰ ਵੜਦਿਆਂ ਸਰ ਕਹਿੰਦੇ ਵੀ ਕੌਣ ਆ ਤੂੰ? ਤੇ ਉਹ ਕਹਿੰਦਾ ਮੈਂ ਮੰਤਰੀ ਉਪਕਾਰ ਸਿੰਘ ਰੰਧਾਵਾ। ਉਹ ਕਹਿੰਦੇ ਤੇਰੀ ਕੁਰਸੀ ਆ ਜਿੱਥੇ ਬੈਠਾ? ਤੇ ਉਹ ਮੰਤਰੀ ਸਾਹਿਬ ਉਸੇ ਵੇਲੇ ਉੱਠ ਗਏ, ਉਹਨਾਂ ਨੂੰ ਸਾਈਡ ਤੇ ਕਰਕੇ ਆਪ ਕੁਰਸੀ ਤੇ ਬਹਿ ਗਏ ਤੇ ਉਹਨਾਂ ਨੂੰ ਲਾਗੇ ਭਾ ਕੇ ਕਹਿੰਦੇ ਹਾਂਜੀ ਦੱਸੋ ਕੀ ਕੰਮ ਹੈ ਜੀ। ਤੇ ਉਹ ਕਹਿੰਦੇ ਵੀ ਮੈਂ ਮੁਨਸ਼ੀ ਨੂੰ ਕਿਹਾ ਇਹ ਰੋਜ਼ਨਾਮਚਾ ਲੈ ਕੇ ਆ ਤੇ ਉਹ ਲੈ ਕੇ ਨਹੀਂ ਆਇਆ। ਉਹ ਕਹਿੰਦੇ ਵੀ ਸਾਡਾ ਜਿਹੜਾ ਖੂਫੀਆ ਰਿਕਾਰਡ ਹੁੰਦਾ ਅਸੀਂ ਕਿਸੇ ਨੂੰ ਨਹੀਂ ਦਿਖਾਉਂਦੇ। ਅੱਛਾ, ਮੰਤਰੀ ਸਾਹਿਬ ਕਹਿੰਦੇ ਕਿ ਮੁਨਸ਼ੀ ਨੂੰ ਰੋਜ਼ਨਾਮਚਾ ਕਿਹਾ? ਮੁਨਸ਼ੀ ਨੂੰ ਮੈਂ ਰੋਜ਼ਨਾਮਚਾ ਮੰਗਿਆ ਸੀ ਤੇ ਉਹ ਕਹਿੰਦਾ ਵੀ ਮੈਂ ਮੁਨਸ਼ੀ ਨੇ ਰੋਜ਼ਨਾਮਚਾ ਤਾਂ ਕੀ ਖੜਨਾ ਸੀ, ਉਹਨੇ ਐਸਐਚਓ ਨੂੰ ਮੈਸੇਜ ਕਰਤਾ ਤੇ ਐਸਐਚਓ ਸਾਹਿਬ ਉਹਨੂੰ ਕਹਿੰਦੇ ਵੀ ਇਹ ਸਾਡਾ ਆਪਣਾ ਖੂਫੀਆ ਰਿਕਾਰਡ ਹੁੰਦਾ ਅਸੀਂ ਕਿਸੇ ਨੂੰ ਨਹੀਂ ਦਿਖਾਉਂਦੇ ਜੀ। ਇਹ ਪੋਜੀਸ਼ਨ ਹੁੰਦੀ ਸੀ। ਪਰ ਹੁਣ ਸਿੱਧੂ ਸਾਹਿਬ ਜਿਹੜੀ ਪੋਜੀਸ਼ਨ ਇਹੋ ਜਿਹੀ ਬਣ ਗਈ ਆ। ਮੇਰੇ ਫਾਦਰ ਲੈਫਟੀਨੈਂਟ ਆਨਰੇਰੀ ਲੈਫਟੀਨੈਂਟ ਪੈਨਸ਼ਨ ਆਏ ਸੀ ਆਰਮੀ 'ਚ 32 ਸਾਲ ਨੌਕਰੀ ਕਰਕੇ। ਉਹਨਾਂ ਨੂੰ ਜਦੋਂ ਆਏ ਤੇ ਪਿੰਡ ਵਾਲੇ ਲੋਕਾਂ ਨੇ ਕਿਹਾ ਤੁਹਾਨੂੰ ਸਰਪੰਚ ਬਣਾਉਣਾ ਪਿੰਡ ਦਾ। ਉਹ ਕਹਿੰਦੇ ਵੀ ਨਹੀਂ ਮੈਂ ਨਹੀਂ ਬਣਨਾ, ਜਿਸ ਰੈਂਕ 'ਚੋਂ ਮੈਂ ਆਇਆ ਮੈਂ ਸਰਪੰਚ ਨਹੀਂ ਬਣਨਾ। ਅੱਛਾ। ਪਰ ਉਦੋਂ ਕਿੰਨਾ ਕੁ ਦੁੱਖ ਲੱਗਾ ਵੀ ਸ਼੍ਰੀ BN ਛਿੱਬਰ ਲੈਫਟੀਨੈਂਟ ਜਨਰਲ ਰਿਟਾਇਰ ਆਏ। ਉਹ ਰੈਂਕ ਬਾਰੇ ਮੈਂ ਕਿਉਂਕਿ ਇੱਕ ਆਰਮੀ ਵਾਲੇ ਦਾ ਬੱਚਾ ਸੀ, ਮੈਨੂੰ ਪਤਾ ਸੀ ਵੀ ਲੈਫਟੀਨੈਂਟ ਜਨਰਲ ਦੀ ਜਿਹੜੀ ਪਾਵਰ ਆ ਉਹ ਕੀ ਹੁੰਦੀ ਆ। ਉਸ ਬੰਦੇ ਨੂੰ ਆਉਂਦਿਆਂ ਹੀ ਸਰਕਾਰ ਨੇ ਗਵਰਨਰ ਲਾਤਾ ਪੰਜਾਬ ਦਾ। ਔਰ ਗਵਰਨਰ ਵਾਲੀ ਪਾਵਰ ਵੀ ਇੰਨੀ ਕਿ ਗਵਰਨਰ ਹਾਊਸ ਨਾਲ ਸੰਬੰਧਿਤ ਜਿੰਨੀਆਂ ਗੱਡੀਆਂ ਆ ਉਹਨਾਂ ਨੂੰ ਨੰਬਰ ਨਹੀਂ ਹੁੰਦਾ ਜੀ। ਉਹਦੀ ਨੰਬਰ ਪਲੇਟ ਦੇ ਉੱਤੇ ਵੀ ਲਾਲ ਪਲੇਟ ਹੁੰਦੀ ਆ ਤੇ ਉੱਤੇ ਸ਼ੇਰ ਦੀ ਫੋਟੋ ਹੁੰਦੀ ਤ੍ਰਿਮੂਰਤੀ ਦੀ ਜੀ। ਜਦੋਂ ਉਹ ਰਿਟਾਇਰ ਹੋਏ ਤੇ ਉਹਨਾਂ ਨੇ BSP ਜੁਆਇਨ ਕਰ ਲਈ। BSP ਜੁਆਇਨ ਕਰ ਲਈ। ਮੈਨੂੰ ਆਪਣੇ ਆਪ ਤੇ ਇੰਨੀ ਮਤਲਬ ਸ਼ਰਮ ਆਈ ਸੀ ਵੀ ਇਸ ਬੰਦੇ ਨੂੰ ਕੋਈ ਪੁੱਛੇ ਵੀ ਤੈਨੂੰ ਪਹਿਲਾਂ ਪ੍ਰਮਾਤਮਾ ਨੇ ਲੈਫਟੀਨੈਂਟ ਜਨਰਲ ਬਣਾਇਆ ਜਿਹਦੀ ਇੱਕ ਬੜੀ ਵੱਡੀ ਧਾਕ ਹੁੰਦੀ ਹੈ ਇਸ ਰੈਂਕ ਦੀ। ਬਿਲਕੁਲ। ਉਸ ਤੋਂ ਬਾਅਦ ਤੈਨੂੰ 5 ਸਾਲ ਤੈਨੂੰ ਗਵਰਨਰ ਲਾਤਾ, ਹੁਣ ਤੂੰ BSP ਜੁਆਇਨ ਕੀਤੀ ਆ। ਅਵਤਾਰ ਸਿੰਘ ਕਰੀਮਪੁਰੀ ਪੰਜਾਬ ਦਾ ਪ੍ਰਧਾਨ ਆ BSP ਦਾ। ਹੁਣ ਉਹਨੇ ਤੈਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਉਣੀ, ਤੈਨੂੰ ਜਾ ਕੇ ਉਹਨੂੰ ਸਤਿ ਸ੍ਰੀ ਅਕਾਲ ਬੁਲਾਉਣੀ ਕਿਉਂਕਿ ਉਹ ਪੰਜਾਬ ਦਾ ਪ੍ਰਧਾਨ ਆ। ਬਿਲਕੁਲ। ਇਹਦੋਂ ਵੱਡੀ ਸ਼ਰਮ ਵਾਲੀ ਗੱਲ ਇੱਕ ਲੈਫਟੀਨੈਂਟ ਜਨਰਲ ਤੇ ਇੱਕ ਰਿਟਾਇਰਡ ਗਵਰਨਰ ਦੇ ਵਾਸਤੇ ਇਹਦੋਂ ਵੱਡੀ ਸ਼ਰਮ ਵਾਲੀ ਕੀ ਗੱਲ ਹੋ ਸਕਦੀ ਹੈ? ਬਿਲਕੁਲ ਬਿਲਕੁਲ। ਉਸ ਤੋਂ ਬਾਅਦ ਸੈਕੰਡ ਐਗਜ਼ਾਮਪਲ ਤੁਹਾਨੂੰ ਮੈਂ ਸ਼੍ਰੀ JJ ਸਿੰਘ ਫੌਜਾਂ ਦੇ ਮੁਖੀ ਰਹੇ ਨੇ। ਉਹਨਾਂ ਨੇ ਬੜੀ ਸੇਵਾ ਕੀਤੀ, ਬਹੁਤ ਵਧੀਆ ਨੌਕਰੀ ਕੀਤੀ ਤਾਂ ਇਸ ਰੈਂਕ ਤੱਕ ਪੁੱਜੇ। ਜਦੋਂ ਵਾਪਸ ਆਏ ਪਤਾ ਨਹੀਂ ਸੇਵਾ ਦਾ ਕਿਹੜਾ ਅਜੇ ਰਹਿ ਗਿਆ ਸੀ, ਉਹਨਾਂ ਦਾ ਜਜ਼ਬਾਤ ਰਹਿ ਗਏ ਸੀ। ਆਣ ਕੇ ਕਦੀ ਅਕਾਲੀ ਦਲ ਜੁਆਇਨ ਕਰ ਲਓ ਜੀ, ਕਦੀ ਸੰਯੁਕਤ ਅਕਾਲੀ ਦਲ 'ਚ ਚੱਲ ਜਾਓ ਜੀ, ਕਦੀ
ਬੀਐਸਪੀ 'ਚ ਚਲ ਜਾਓ ਜੀ, ਕਦੀ ਬੀਜੇਪੀ 'ਚ ਚਲ ਜਾਓ। ਮਤਲਬ ਉਹਨਾਂ ਨੇ ਵੀ ਇਸ ਰੈਂਕ ਦਾ ਉਹ ਸਤਿਆਨਾਸ਼ ਕੀਤਾ ਜਿਹਦਾ ਕੋਈ ਹਿਸਾਬ ਨਹੀਂ। ਬਿਲਕੁਲ ਬਿਲਕੁਲ। ਇਹ ਸਿੱਧੂ ਸਾਹਿਬ ਸਾਡਾ ਲਾਲਚ ਹੀ ਹੁਣ ਦਿਨੋਂ ਦਿਨ ਇੰਨਾ ਵੱਧਦਾ ਜਾਂਦਾ, ਨਾ ਤੇ ਅਸੀਂ ਆਪਣੀ ਬਿਲਕੁਲ ਡੀਐਸਪੀ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਇਹ ਜਿਹੜਾ ਇਨਸੀਡੈਂਟ ਹੋਇਆ ਐਮਐਲਏ ਕੁਰਸੀ ਦੇ ਉੱਤੇ ਆ ਕੇ ਬਹਿ ਗਈ, ਜਿਸ ਤਰੀਕੇ ਦੇ ਤੁਸੀਂ ਉਹਨਾਂ ਨੇ ਦੱਸਿਆ, ਉਹ ਵੀ ਤੁਸੀਂ ਦੱਸਿਆ ਕਿ ਇਸ ਤਰੀਕੇ ਨਾਲ ਫੈਸਲਾ ਨਹੀਂ ਸੀ ਕਰਵਾਇਆ ਜਾ ਸਕਦਾ। ਚਲੋ ਇਹ ਜਿਹੜੀ ਗੱਲਬਾਤ ਪੂਰੀ ਹੋਈ ਹੈ, ਕਿਹਦੀ ਗਲਤੀ ਮੰਨਦੇ ਹੋ? ਡੀਐਸਪੀ ਦੀ ਗਲਤੀ ਮੰਨਦੇ ਹੋ ਕਿਉਂਕਿ ਜਿਨ੍ਹਾਂ ਨੇ ਆਪਣੀ ਮੌਜੂਦਗੀ ਦੇ ਵਿੱਚ ਆਪਣੀ ਕੁਰਸੀ ਦਿੱਤੀ ਉਹਨਾਂ ਨੂੰ, ਔਰ ਕਿ ਤੁਸੀਂ ਐਮਐਲਏ ਦੀ ਗਲਤੀ ਮੰਨਦੇ ਹੋ ਕਿ ਐਮਐਲਏ ਨੇ ਉਹਨਾਂ ਦੀ ਕੁਰਸੀ ਤੇ ਬੈਠਣਾ ਸਹੀ ਸਮਝਿਆ? ਇਹ ਦੋਨਾਂ ਦੀ ਗਲਤੀ ਹੈ। ਪਹਿਲੀ ਗੱਲ ਤੇ ਐਮਐਲਏ ਸਾਹਿਬ ਨੂੰ ਥਾਣੇ ਆਉਣਾ ਨਹੀਂ ਸੀ ਚਾਹੀਦਾ। ਜੇ ਉਹਨਾਂ ਦਾ ਕੋਈ ਇੰਟਰਸਟ ਸੀ ਤੇ ਡੀਐਸਪੀ ਸਾਹਿਬ ਨੂੰ ਕਹਿ ਦਿੰਦੇ ਵੀ ਮੇਰੀਆਂ ਦੋਵੇਂ ਪਾਰਟੀਆਂ ਮੇਰੇ ਕੋਲ ਭੇਜ ਦਿਓ, ਮੇਰੇ ਰੈਜ਼ੀਡੈਂਸ ਤੇ ਭੇਜ ਦਿਓ, ਮੇਰੇ ਦਫ਼ਤਰ 'ਚ ਭੇਜ ਦਿਓ। ਨੰਬਰ 2, ਜੇ ਉਹ ਚਲੇ ਗਏ ਸੀ ਤੇ ਫਿਰ ਡੀਐਸਪੀ ਸਾਹਿਬ ਨੂੰ ਆਪਣੀ ਕੁਰਸੀ ਦੇ ਉੱਤੇ ਨਹੀਂ ਸੀ ਬਹਿਣ ਦੇਣਾ ਚਾਹੀਦਾ। ਬਿਲਕੁਲ, ਕਿਉਂਕਿ ਉਹ ਕੁਰਸੀ ਹੀ ਡੀਐਸਪੀ ਦੀ, ਔਰ ਇਹਦੇ ਨਾਲ ਐਮਐਲਏ ਦੀ ਕੋਈ ਸ਼ਾਨ ਨਹੀਂ। ਐਮਐਲਏ ਜਿਹੜਾ ਇੱਕ ਆ ਉਹਦੇ ਕੋਲ ਸੈਕਟਰੀ ਲੈਵਲ ਦੀ ਪਾਵਰ ਆ। ਬਿਲਕੁਲ। ਤੇ ਉਹ ਆਣ ਕੇ ਡੀਐਸਪੀ ਦੀ ਹੁਣ ਉਥੋਂ ਚੰਡੀਗੜ੍ਹ ਤੋਂ ਚੀਫ ਸੈਕਟਰੀ ਸਾਹਿਬ ਚੱਲਣ ਤੇ ਉਹ ਆਣ ਕੇ ਤੇ ਕਿਸੇ ਡੀਐਸਪੀ ਜਾਂ ਐਸਪੀ ਦੀ ਜਾਂ ਐਸਐਸਪੀ ਦੀ ਕੁਰਸੀ ਤੇ ਬਹਿਣ ਤੇ ਉਹਨਾਂ ਦੀ ਕੋਈ ਬਾਹਲੀ ਚੰਗੀ ਗੱਲ ਨਹੀਂ, ਉਹ ਬੀਤੀ ਵਾਲੀ ਗੱਲ ਆ ਪਿਆ ਆਪਣੇ ਤੋਂ ਛੋਟੀ ਕੁਰਸੀ ਤੇ ਬਹਿਣਾ। ਐਮਐਲਏ ਦੀ ਵੀ ਬੜੀ ਪਾਵਰ ਹੁੰਦੀ, ਪਰ ਉਹਨਾਂ ਦੀ ਪਾਵਰਾਂ ਤਾਂ ਵੱਖਰੀਆਂ ਵੱਖਰੀਆਂ ਵੰਡੀਆਂ ਹੈ ਨਾ। ਇਹ ਤੋਂ ਫਿਰ ਕੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਸ ਤਰੀਕੇ ਦੇ ਨਾਲ ਡੀਐਸਪੀ ਦੀ ਕੁਰਸੀ ਤੇ ਐਮਐਲਏ ਬਹਿ ਗਿਆ, ਤਾਂ ਸਿੱਧੇ ਤੌਰ ਤੇ ਇਹੀ ਹੈ ਕਿ ਡੀਐਸਪੀ ਨੂੰ, ਥਾਣੇ ਨੂੰ ਫਿਰ ਸਰਕਾਰਾਂ ਐਮਐਲਏ ਆਪਣੇ ਹਿਸਾਬ ਦੇ ਨਾਲ ਚਲਾਉਣਗੀਆਂ। ਉਹ ਤੁਹਾਨੂੰ ਮੈਂ ਦੱਸਦਾ ਸਿੱਧੂ ਸਾਹਿਬ, ਮੈਂ ਹੁਣੇ ਡਿਬੇਟ ਸੁਣ ਰਿਹਾ ਸੀ, ਇੱਕ ਲੈਫਟੀਨੈਂਟ ਜਨਰਲ ਰਿਟਾਇਰ ਨੇ ਮਿਸਟਰ ਕਾਦੀਆਂ, ਉਹਨੂੰ ਸਵਾਲ ਕੀਤਾ ਜਿਹੜੀ ਆ 4 ਸਾਲ ਵਾਲੀ ਭਰਤੀ ਦੀ ਗੱਲ ਹੈ ਉਹਦੇ ਬਾਰੇ 'ਚ, ਤੇ ਉਹ ਅੱਜ ਤਿੰਨਾਂ ਸੈਨਾਵਾਂ ਦੇ ਮੁਖੀਆਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਉਹਦੇ ਬਾਰੇ ਉਹਨੇ ਪੱਤਰਕਾਰ ਨੇ ਸਵਾਲ ਕੀਤਾ ਤੇ ਉਹ ਕਹਿੰਦਾ ਵੀ ਮੈਨੂੰ ਇਦਾਂ ਲੱਗਦਾ ਸੀ ਵੀ ਇਹ ਬੀਜੇਪੀ ਦੇ ਪ੍ਰਵਕਤਾ ਨੇ, ਇਹ ਫੌਜਾਂ ਦੇ ਮੁਖੀ ਨਹੀਂ ਬੋਲ ਰਹੇ। ਮਤਲਬ ਇੱਕ ਲੈਫਟੀਨੈਂਟ ਜਨਰਲ ਅੱਜ ਦੇ ਜਨਰਲਾਂ ਬਾਰੇ ਇਹ ਸ਼ਬਦ ਬੋਲ ਰਿਹਾ ਵੀ ਇਹ ਬੀਜੇਪੀ ਦੇ ਪ੍ਰਵਕਤਾ ਬਣ ਕੇ ਬੋਲ ਰਹੇ ਆ। ਇਹ ਤੋਂ ਹੁਣ ਥੱਲੇ ਹੋਰ ਕਿੱਥੇ ਚੱਲ ਜਾਂਗੇ? ਰੰਧਾਵਾ ਸਾਹਿਬ, ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਕਾਰਵਾਈ ਵੀ ਹੁੰਦੀ ਹੈ, ਜਿਸ ਤਰੀਕੇ ਦੇ ਨਾਲ ਅਣਗਹਿਲੀ ਡੀਐਸਪੀ ਤੋਂ ਵੀ ਹੋਈ ਹੈ ਜਾਂ ਫਿਰ ਐਮਐਲਏ ਤੋਂ ਵੀ ਹੋਈ ਹੈ, ਕਿਸੇ ਕਿਸਮ ਦੀ ਕੋਈ ਕਾਰਵਾਈ ਵੀ ਹੁੰਦੀ ਹੈ ਜਾਂ ਫਿਰ ਸਰਕਾਰਾਂ ਇਹਨੂੰ ਰਫਾ ਦਫਾ ਕਰ ਦਿੰਦੀਆਂ ਨੇ? ਜੇ ਕੋਈ ਅਜਿਹੀ ਉਲੰਘਣਾ ਹੁੰਦੀ ਹੈ, ਜੇ ਕੋਈ ਆਮ ਬੰਦਾ ਜਾ ਕੇ ਬਹਿ ਦਿੰਦਾ ਤਾਂ ਸ਼ਾਇਦ ਪੁਲਿਸ ਜਿਹੜੀ ਉਹ ਤੇ ਪਰਚਾ ਵੀ ਦਰਜ ਕਰ ਦਿੰਦੀ। ਹਾਂ ਬਿਲਕੁਲ ਬਿਲਕੁਲ। ਕੀ ਲੱਗਦਾ ਕਿ ਕੋਈ ਕਾਰਵਾਈ ਵੀ ਹੁੰਦੀ ਹੈ ਜਾਂ ਕਿਦਾਂ ਇਸ ਮਸਲੇ ਦੇ ਵਿੱਚ? ਸਰਕਾਰਾਂ ਦੇ ਖਿਲਾਫ ਕਾਰਵਾਈ ਕੋਈ ਕੀ ਕਰੂਗਾ? ਬਿਲਕੁਲ, ਤਾਂ ਪਾਵਰ ਉਹਨਾਂ ਕੋਲ ਸਾਰੀ। ਬਿਲਕੁਲ ਬਿਲਕੁਲ। ਤਾਂ ਰੰਧਾਵਾ ਸਾਹਿਬ, ਤੁਸੀਂ ਅਹਿਮ ਜਾਣਕਾਰੀ ਦਿੱਤੀ, ਤਾਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ। ਤਾਂ ਇਹ ਰਿਟਾਇਰਡ ਡੀਐਸਪੀ ਕੁਲਵੰਤ ਸਿੰਘ ਰੰਧਾਵਾ ਸਾਹਿਬ, ਜਿਨ੍ਹਾਂ ਦੇ ਵੱਲੋਂ ਇਸ ਪੂਰੇ ਮਸਲੇ ਤੇ ਸਾਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਤਰੀਕੇ ਦੇ ਨਾਲ ਨਹੀਂ ਸੀ ਹੋਣਾ ਚਾਹੀਦਾ। ਨਾ ਐਮਐਲਏ ਇਸ ਤਰੀਕੇ ਦੇ ਨਾਲ ਕੁਰਸੀ ਤੇ ਬੈਠ ਸਕਦਾ ਡੀਐਸਪੀ ਦੇ, ਔਰ ਨਾ ਹੀ ਡੀਐਸਪੀ ਜਿਹੜਾ ਕਿਸੇ ਐਮਐਲਏ ਨੂੰ ਆਪਣੀ ਕੁਰਸੀ ਤੇ ਬਹਿਣ ਦੇ ਸਕਦਾ ਹੈ। ਪਰ ਅਜਿਹਾ ਹੋਇਆ, ਉਲੰਘਣਾ ਹੋਈ। ਹੁਣ ਇੱਥੇ ਸਵਾਲ ਖੜੇ ਹੁੰਦੇ ਨੇ ਆਮ ਆਦਮੀ ਪਾਰਟੀ ਤੇ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਲਗਾਤਾਰ ਇਹ ਗੱਲਾਂ ਕਹਿੰਦੀ ਰਹੀ ਹੈ ਕਿ ਪੁਲਿਸ ਨੂੰ ਅਸੀਂ ਖੁੱਲ੍ਹਾ ਹੈਂਡ ਦਿਆਂਗੇ, ਪੁਲਿਸ ਦੇ ਉੱਪਰ ਕਿਸੇ ਤਰੀਕੇ ਦਾ ਰਾਜਨੀਤੀ ਦਬਾਅ ਨਹੀਂ ਹੋਊਗਾ। ਪਰ ਜਿਸ ਤਰੀਕੇ ਦੇ ਨਾਲ ਪੁਲਿਸ ਥੱਲੇ ਲੱਗ ਕੇ ਆਪਣੀਆਂ ਕੁਰਸੀਆਂ ਤੱਕ ਇਸ ਤਰੀਕੇ ਦੇ ਨਾਲ ਸੱਤਾ ਧਿਰ ਦੇ ਐਮਐਲਏਆਂ ਨੂੰ ਚੜ੍ਹ ਰਹੀ ਹੈ, ਤਾਂ ਉਸ ਤੋਂ ਤਾਂ ਸਾਫ਼ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੁਲਿਸ ਦੇ ਉੱਪਰ ਕਿੰਨਾ ਕੁ ਪ੍ਰੈਸ਼ਰ ਹੈਗਾ ਔਰ ਪੁਲਿਸ ਕਿੰਨਾ ਕੁ ਥੱਲੇ ਲੱਗ ਕੇ ਚੱਲ ਰਹੀ ਹੈ। ਸਾਡੇ ਵੱਲੋਂ ਲਗਾਤਾਰ ਕੱਲ ਐਮਐਲਏ ਸਾਹਿਬ ਦੇ ਨਾਲ ਵੀ ਕੋਸ਼ਿਸ਼ ਕੀਤੀ ਗਈ ਹੈ, ਐਮਐਲਏ ਅਨਮੋਲ ਗਗਨ ਮਾਨ ਦੇ ਨਾਲ ਇਸ ਮਸਲੇ ਤੇ ਗੱਲਬਾਤ ਕਰਨੀ, ਪਰ ਹੋ ਨਹੀਂ ਸਕੀ। ਕੱਲ ਡੀਐਸਪੀ ਦੇ ਨਾਲ ਵੀ ਕੀਤੀ ਗਈ ਸੀ ਪਰ ਹੋ ਨਹੀਂ ਸਕੀ, ਪਰ ਅੱਜ ਹੋਈ ਹੈ ਔਰ ਐਮਐਲਏ ਦੇ ਨਾਲ ਵੀ ਇਸ ਮਸਲੇ ਤੇ ਗੱਲਬਾਤ ਕਰਨੀ ਚਾਹਾਂਗੇ। ਤੁਸੀਂ ਇਸ ਪੂਰੀ ਖਬਰ ਬਾਰੇ ਕੀ ਸੋਚਦੇ ਹੋ? ਕੀ ਤੁਹਾਡੇ ਵਿਚਾਰ ਨੇ? ਜ਼ਰੂਰ ਕਮੈਂਟ ਕਰਕੇ ਦੱਸਿਓ। ਫਿਲਹਾਲ ਮੈਨੂੰ ਦਿਓ ਇਜਾਜ਼ਤ। ਧੰਨਵਾਦ।